बहुत ही प्यारे बच्चों, ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਰਚਨਾਵਾਂ ਦੀ ਲੜੀ ਜੋ ਕਿ ਪ੍ਰੋਫੈਸਰ ਮੋਹਨ ਸਿੰਘ ਦੁਆਰਾ ਲਿਖੀਆਂ ਗਈਆਂ ਨੇ। ਪ੍ਰੋਫੈਸਰ ਮੋਹਨ ਸਿੰਘ ਦਾ ਜਨਮ ਹੋਤੀ ਮਰਦਾਨ ਪਾਕਿਸਤਾਨ ਵਿਖੇ ਪਿਤਾ ਡਾਕਟਰ ਜੋਧ ਸਿੰਘ ਦੇ ਘਰ ਮਾਤਾ ਭਾਗਵੰਤੀ ਦੀ ਕੁੱਖੋਂ 1905 ਈਸਵੀ ਨੂੰ ਹੋਇਆ। ਆਪ ਦਾ ਜੱਦੀ ਪਿੰਡ ਧਮਿਆਲ ਜ਼ਿਲ੍ਹਾ ਰਾਵਲਪਿੰਡੀ ਜੋ ਕਿ ਪਾਕਿਸਤਾਨ ਵਿੱਚ ਹੈ ਸੀ। ਆਪ ਅੰਮ੍ਰਿਤਸਰ ਅਤੇ ਪਟਿਆਲੇ ਦੇ ਖਾਲਸਾ ਕਾਲਜਾਂ ਵਿੱਚ ਪ੍ਰੋਫੈਸਰ ਵੀ ਰਹੇ। ਆਪ ਨੇ 5 ਦਰਿਆ ਨਾਂ ਦਾ ਮਾਸਿਕ ਪੱਤਰ ਵੀ ਜਾਰੀ ਕੀਤਾ। ਪ੍ਰੋਫੈਸਰ ਮੋਹਨ ਸਿੰਘ ਨੇ ਪਹਿਲਾਂ ਕੇਵਲ ਰੋਮਾਂਟਿਕ ਕਵਿਤਾਵਾਂ ਲਿਖੀਆਂ ਅਤੇ ਫਿਰ ਉਹਨਾਂ ਨੇ ਲੋਕਾਂ ਦੇ ਦੁੱਖਾਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ। ਉਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਸਾਵੇ ਪੱਤਰ ਸੀ। ਫਿਰ ਉਹਨਾਂ ਨੇ ਕਸੁੰਬੜਾ, ਅਧਵਾਟੇ, ਕੱਜ ਸੱਚ, ਆਵਾਜ਼ਾਂ, ਵੱਡਾ ਵੇਲਾ, ਜੰਦਰੇ, ਜੈਮੀਰ, ਬੂਹੇ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤੇ। ਏਸ਼ੀਆ ਦਾ ਚਾਨਣ ਅਨੁਵਾਦ ਅਤੇ ਨਨਕਾਇਣ ਮਹਾਕਾਵਿ ਵੀ ਲਿਖੇ। ਵੱਡਾ ਵੇਲਾ ਨੂੰ ਸਾਹਿਤ ਅਕਾਦਮੀ ਦਿੱਲੀ ਪੁਰਸਕਾਰ ਅਤੇ ਜੈਮੀਰ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਪ੍ਰਾਪਤ ਹੋਏ। ਪ੍ਰੋਫੈਸਰ ਮੋਹਨ ਸਿੰਘ ਨੂੰ ਆਧੁਨਿਕ ਕਾਲ ਦਾ ਯੁੱਗ ਕਵੀ ਕਰਕੇ ਜਾਣਿਆ ਜਾਂਦਾ ਹੈ। ਠੀਕ ਹੈ ਬੱਚਿਓ। ਅਤੇ ਪਹਿਲਾਂ ਇਹਨਾਂ ਦੀ ਜੋ ਰਚਨਾ ਹੈ ਅੱਗਿਓਂ ਅੱਗੇ ਚੱਲਣਾ, ਆਪਾਂ ਉਸ ਬਾਰੇ ਜਾਣਕਾਰੀ ਪਹਿਲਾਂ ਲੈਂਦੇ ਹਾਂ ਵੀ ਇਹਦਾ ਹੈ ਕੀ ਹੈ। ਕਿ ਜਦੋਂ ਵੀ ਤੁਸੀਂ ਸਿਰਲੇਖ ਦੇਖਦੇ ਹੋ ਨਾ ਬੱਚਿਓ, ਅੱਧੀ ਜਾਣਕਾਰੀ ਤੁਹਾਨੂੰ ਸਿਰਲੇਖ 'ਚੋਂ ਹੀ ਮਿਲ ਜਾਂਦੀ ਹੈ। ਅੱਗਿਓਂ ਅੱਗੇ ਚੱਲਣਾ ਮਤਲਬ ਅਸੀਂ ਅੱਗਿਓਂ ਅੱਗੇ ਚੱਲਣਾ ਮਤਲਬ ਰੁਕਣਾ ਨਹੀਂ ਹੈ। ਠੀਕ ਹੈ, ਰੁਕਣਾ ਬਿਲਕੁਲ ਵੀ ਨਹੀਂ। ਜੇ ਰੁਕਾਂਗੇ ਅਸੀਂ ਉੱਥੇ ਹੀ ਖੜ੍ਹ ਜਾਵਾਂਗੇ ਅਤੇ ਅਸੀਂ ਸਿਰਫ ਚੱਲਦੇ ਰਹਿਣਾ ਹੈ। ਚੱਲਾਂਗੇ ਬੇਟੇ, ਇੱਕ ਦਿਨ ਤੁਸੀਂ ਖੁਦ ਦੇਖੋਗੇ ਵੀ ਤੁਸੀਂ ਮੁਕਾਮ ਹਾਸਲ ਕਰ ਲਓਗੇ। ਤੁਸੀਂ ਕਿਵੇਂ ਚੱਲਣਾ ਹੈ? ਮਿਹਨਤ ਕਰਨੀ ਆ, ਪੜ੍ਹਨਾ ਹੈ, ਪੜ੍ਹਾਈ ਦੇ ਨਾਲ ਨਾਲ ਕੋਈ ਜਿਹੜੀ ਤੁਹਾਡੀ ਰੁਚੀ ਹੈ ਉਹ ਵੀ ਤੁਸੀਂ ਅੱਗੇ ਲੈ ਕੇ ਆਉਣੀ ਆ। ਠੀਕ ਹੈ, ਜਦੋਂ ਲਗਾਤਾਰ ਤੁਸੀਂ ਕੰਮ ਕਰੀਏ ਸਿਆਣੇ ਕਹਿੰਦੇ ਨੇ ਬੱਚਿਓ ਵੀ ਕਰਤੇ ਦਾ ਕਿੱਤਾ ਬਣ ਜਾਂਦਾ ਹੈ ਨਾ, ਤਾਂ ਹੌਲੀ ਹੌਲੀ ਤੁਸੀਂ ਮਾਹਰ ਹੋ ਜਾਓਗੇ। ਅਤੇ ਇਹੀ ਨੌਜਵਾਨ ਨੂੰ ਗੱਲ ਕੀਤੀ ਗਈ ਹੈ ਵੀ ਤੂੰ ਅੱਗੇ ਅੱਗੇ ਚੱਲ। ਠੀਕ ਹੈ, ਪ੍ਰਸੰਗ ਕਿੱਦਾਂ ਲਿਖਾਂਗੇ ਬੱਚਿਓ ਆਪਾਂ ਪੂਰੀ ਦੀ ਪੂਰੀ ਕਵਿਤਾ ਦਾ। ਇਹ ਕਾਵਿ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ਅੱਗਿਓਂ ਅੱਗੇ ਚੱਲਣਾ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਅਤੇ ਇਹਨਾਂ ਸਤਰਾਂ ਵਿੱਚ ਕਵੀ ਨੇ ਅੱਗੇ ਤੋਂ ਅੱਗੇ ਚਲੇ ਜਾਣ ਵਗਣ ਦੀ ਭਾਵਨਾ ਨੂੰ ਅੰਕਿਤ ਕੀਤਾ ਹੈ। ਅਸਾਂ ਤਾਂ ਹੁਣ ਅੱਗਿਓਂ ਅੱਗੇ ਚੱਲਣਾ, ਅਸਾਂ ਨਾ ਹੁਣ ਕਿਸੇ ਪੜਾਅ ਢਲਣਾ। ਪੜਾਅ ਕੀ ਹੁੰਦਾ ਬੱਚਿਓ? ਰੁਕਣ ਦੀ ਥਾਂ। ਠੀਕ ਹੈ, ਰੁਕਣਾ ਨਹੀਂ ਅਸੀਂ ਕਿਤੇ ਵੀ, ਅੱਗੇ ਅੱਗੇ ਚੱਲਣਾ। ਰਿਹਾ ਨਾ ਜਦ ਲਾਂਭ ਚਾਂਬ ਤੱਕਣਾ, ਸਾਨੂੰ ਕੀ ਫਿਰ ਸੋਨ ਮਿਰਗਾਂ ਛੱਲਣਾ। ਸੋਨੇ ਦਾ ਮਿਰਗ ਮਤਲਬ ਆਪਾਂ ਕਹਾਣੀ ਪੜ੍ਹਦੇ ਨਾ, ਸੀਤਾ ਅਤੇ ਰਾਵਣ ਦੀ ਕਹਾਣੀ। ਉਹਦੇ ਵਿੱਚ ਰਾਵਣ ਸੋਨੇ ਦਾ ਮਿਰਗ ਬਣ ਕੇ ਆਇਆ ਸੀ ਅਤੇ ਜਿਹਨੇ ਸੀਤਾ ਨੂੰ ਛੱਡ ਲਿਆ ਸੀ, ਮਤਲਬ ਸੀਤਾ ਨੇ ਲਛਮਣ ਨੂੰ ਭੇਜਤਾ ਸੀ ਨਾ ਅਤੇ ਸੋਨੇ ਦਾ ਮਿਰਗ ਲੈਣ ਵਾਸਤੇ। ਅਤੇ ਫਿਰ ਰਾਵਣ ਉਹਨੂੰ ਉਧਾਲ ਕੇ ਲੈ ਗਿਆ ਸੀ, ਮਤਲਬ ਹੈ ਨਾ, ਜਿਵੇਂ ਤੁਸੀਂ ਕਿਡਨੈਪ ਕਰ ਲੈਂਦੇ ਹੋ। ਅਤੇ ਬੱਚਿਓ ਫਿਰ ਇਹੀ ਕਿਹਾ ਵੀ ਅਸੀਂ ਲਾਂਭ ਚਾਂਬ ਜਦੋਂ ਦੇਖਣਾ ਹੀ, ਨਿਸ਼ਾਨਾ ਹੀ ਸਾਡਾ ਅੱਗੇ, ਸਾਨੂੰ ਕੋਈ ਬੰਦਾ ਨਹੀਂ ਉਹ ਕਰ ਸਕਦਾ, ਵਰਗਲਾ ਨਹੀਂ ਸਕਦਾ। ਅਤੇ ਤੁਸੀਂ ਆਪਣੇ ਕੰਮ 'ਤੇ ਨਿਸ਼ਾਨਾ ਰੱਖੋ, ਫਿਰ ਤੁਸੀਂ ਕਿਤੇ ਨਹੀਂ ਜਾ ਸਕਦੇ। ਅਸਾਂ ਤਾਂ ਸੱਤੇ ਸਾਗਰ ਟੱਪ ਜਾਣਾ, ਵੀ ਅਸੀਂ ਤਾਂ ਸੱਤੇ ਸਾਗਰ ਟੱਪ ਜਾਵਾਂਗੇ। ਠੀਕ ਆ, ਦੁਨੀਆ ਦੂਰ ਇੰਨੀ ਤਰੱਕੀ ਕਰਾਂਗੇ। ਅਸਾਂ ਤਾਂ ਪੈਰੀ ਤਾਰਿਆਂ ਨੂੰ ਮੰਨਣਾ, ਇੱਕ ਤਰ੍ਹਾਂ ਨਾਲ ਬੱਚਿਓ ਪ੍ਰਤੀਕ ਨੇ ਇਹ ਵੀ ਇੰਨਾ ਜ਼ਿਆਦਾ ਅਸੀਂ ਅੱਗੇ ਜਾਣਾ, ਇੰਨੀ ਮਿਹਨਤ ਕਰਨੀ ਆ ਵੀ ਤਾਰਿਆਂ ਨੂੰ ਵੀ ਪੈਰਾਂ ਦੇ ਹੇਠਾਂ ਅਸੀਂ ਉਹ ਕਰ ਦਾਂਗੇ, ਸੁੱਟ ਦਾਂਗੇ, ਮਲ ਲਾਂਗੇ। ਠੀਕ, ਅਤੇ ਸਾਗਰਾਂ ਨੂੰ ਵੀ ਟੱਪ ਜਾਵਾਂਗੇ। ਮਤਲਬ ਆਪਣੇ ਕਿੱਤੇ ਦੇ ਵਿੱਚ ਇੰਨੇ ਮਾਹਰ, ਜੋ ਤੁਹਾਡਾ ਗੁਣ ਆ ਉਹਨੂੰ ਪਛਾਣੋ, ਪਛਾਣ ਕੇ ਹੁਣੀ ਤੋਂ ਮਿਹਨਤ ਕਰੋ। ਦੇਖੋ ਤੁਸੀਂ ਕਿਵੇਂ ਆਕਾਸ਼ ਦੇ ਤਾਰੇ ਬਣਦੇ ਹੋ। ਜਿੰਨੇ ਵੀ ਮਸ਼ਹੂਰ ਲੋਕ ਨੇ ਬੱਚਿਓ ਇੱਕ ਦਿਨ ਦੇ ਵਿੱਚ ਨਹੀਂ ਹੈਗੇ, ਅਤੇ ਉਹਨਾਂ ਨੂੰ ਪਤਾ ਨਹੀਂ ਕਿੰਨੀਆਂ ਕਿ ਮਿਹਨਤਾਂ ਕਰਨੀਆਂ ਪੈਂਦੀਆਂ ਨੇ। ਜੇ ਤੁਸੀਂ ਜੀਵਨੀਆਂ ਪੜ੍ਹੋਗੇ ਇਹਨਾਂ ਦੀਆਂ ਨਾ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਹਾਂ ਵਾਕਈ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਅਸਾਂ ਤਾਂ ਅਜੇ ਹੋਰ ਉਤਾਂਹ ਚੜ੍ਹਨਾ, ਮਤਲਬ ਹੋਰ ਤਰੱਕੀ ਕਰਨੀ ਆ। ਅਸਾਂ ਤਾਂ ਸੀਨਾ ਗਗਨਾਂ ਦਾ ਸੱਲਣਾ, ਹੈ ਨਾ, ਵੀ ਮਤਲਬ ਜੋ ਇੰਨੀ ਤਰੱਕੀ ਕਰਨੀ ਆ ਵੀ ਜਿਹੜਾ ਗਗਨ ਕੀ ਹੁੰਦੇ ਨੇ, ਠੀਕ ਹੈ, ਗਗਨ ਆਪਾਂ ਆਕਾਸ਼ ਨੂੰ ਕਹਿ ਦਿੰਦੇ ਹਾਂ। ਸੱਲਣਾ ਕੀ ਹੁੰਦਾ ਹੈ ਵੀ ਉਹਨੂੰ ਵੀ ਅਸੀਂ ਹਾਲੇ ਉਹ ਕਰਨਾ, ਵਿੰਨਣਾ, ਛੇਕ ਕਰਨੇ ਨੇ, ਮਤਲਬ ਇੰਨਾ ਅੱਗੇ ਜਾਣਾ ਸੀ। ਅਸਾਂ ਤਾਂ ਲਾ ਪਿਆਰ ਖੰਭ ਉੱਡਣਾ, ਸਾਨੂੰ ਕੀ ਇਸ ਧਰਤ ਅੰਬਰ ਵਲਣਾ, ਵੀ ਅਸੀਂ ਤਾਂ ਇੰਨਾ ਜ਼ਿਆਦਾ ਉੱਪਰ ਜਾਣਾ ਹੈ। ਠੀਕ ਹੈ, ਇਹੀ ਜਿਹੀ ਪਿਆਰ ਦੀ ਉਡਾਰੀ ਲਾਉਣੀ ਹੈ ਵੀ ਮਤਲਬ ਮਿਲ ਕੇ ਸਾਰਿਆਂ ਨਾਲ। ਠੀਕ ਹੈ ਨਾ, ਆਕਾਸ਼ ਤੱਕ ਵੀ ਸਾਨੂੰ ਰੋਕ ਨਹੀਂ ਸਕਦੇ। ਅਸਾਂ ਨਹੀਂ ਹੁਣ ਹੋਣੀਆਂ ਤੋਂ ਰੁਕਣਾ, ਸਾਨੂੰ ਕੀ ਲੋਕ ਲਾਜ ਠੱਲਣਾ,
मतलब ਜਦੋਂ ਅਸੀਂ ਇੰਨੀ ਮਿਹਨਤ ਕਰਾਂਗੇ ਹੋਣੀ ਆ, ਮਤਲਬ ਕਿਸਮਤਾਂ ਨੇ ਵੀ ਨਹੀਂ ਸਾਨੂੰ ਰੋਕਣਾ ਹੈਗਾ ਵੀ ਇੰਨੀ ਮਿਹਨਤ ਕਰਕੇ ਅਸੀਂ ਉੱਪਰ ਜਾਵਾਂਗੇ। ਲੋਕ ਲਾਜ ਮਤਲਬ ਆਪਣੀ ਧੁੰਨ ਦੇ ਵਿੱਚ ਤੁਰੇ ਜਾਣਾ ਹੈ ਨਾ, ਜਿਵੇਂ ਕਹਿੰਦੇ ਨੇ ਵੀ ਹਾਥੀ ਲੰਘ ਜਾਂਦਾ ਵੀ ਕੁੱਤੇ ਭੌਂਕਦੇ ਰਹਿ ਜਾਂਦੇ ਨੇ, ਇਸ ਤਰ੍ਹਾਂ। ਅਜੇ ਤਾਂ ਇੱਕੋ ਚਿਣਗ ਲੱਗੀ ਸਾਨੂੰ, ਅਜੇ ਤਾਂ ਅਸਾਂ ਭਾਂਬੜ ਬਣ ਬਲਣਾ, ਠੀਕ ਹੈ ਨਾ, ਵੀ ਇੱਕੋ ਹੀ ਚਿਣਗ। ਹਾਲੇ ਤਾਂ ਸਾਨੂੰ ਇਹੀ ਪਤਾ ਲੱਗੇ ਵੀ ਸਾਡੀ ਰੁਚੀ ਇਹ ਹੈ, ਵੀ ਅਸੀਂ ਤਾਂ ਪਤਾ ਨਹੀਂ ਆਪਣੀ ਰੁਚੀ ਦੇ ਵਿੱਚ ਕਿੱਥੋਂ ਤੱਕ ਜਾਵਾਂਗੇ। ਅਜੇ ਤਾਂ ਇੱਕੋ ਬੂੰਦ ਮਿਲੀ ਸਾਨੂੰ, ਅਜੇ ਤਾਂ ਅਸਾਂ ਪਿਆਲਿਆਂ 'ਤੇ ਪਲਣਾ, ਵੀ ਇੱਕੋ ਬੂੰਦ ਆ ਵੀ ਇਹ ਤਾਂ ਸਾਡਾ ਸਾਰੇ ਦਾ ਸਾਰਾ ਪਿਆਲਾ ਹੀ ਸਾਡਾ ਹੋਏਗਾ, ਮਤਲਬ ਸਾਡਾ ਆਕਾਸ਼ ਹੋਏਗਾ, ਸਾਡਾ ਹੀ ਅੰਬਰ ਹੋਏਗਾ, ਸਾਡੀ ਹੀ ਦੁਨੀਆ ਹੋਏਗੀ। ਅਸਾਂ ਤੇ ਹੁਣ ਅੱਗਿਓਂ ਅੱਗੇ ਚੱਲਣਾ, ਅਸਾਂ ਨਾ ਹੁਣ ਕਿਸੇ ਪੜਾਅ 'ਤੇ ਢਲਣਾ, ਵੀ ਅਸੀਂ ਰੁਕਦੇ ਨਹੀਂ, ਬਸ ਹੁਣ ਕੀ ਕਰਾਂਗੇ, ਅੱਗੇ ਤੋਂ ਅੱਗੇ ਚੱਲਾਂਗੇ, ਠੀਕ ਹੈ ਨਾ। ਕੇਂਦਰੀ ਭਾਵ ਕੀ ਹੈ ਬੱਚੋ? ਪ੍ਰੋਫੈਸਰ ਮੋਹਨ ਸਿੰਘ ਆਪਣੀ ਕਵਿਤਾ ਅੱਗਿਓਂ ਅੱਗੇ ਚੱਲਣਾ ਵਿੱਚ ਸਦਾ ਅੱਗੇ ਵਧਦੇ ਰਹਿਣ ਦੀ ਭਾਵਨਾ ਪ੍ਰਗਟ ਕਰਦਿਆਂ ਕਹਿੰਦੇ ਹਨ ਕਿ ਅਜੇ ਤਾਂ ਸਾਨੂੰ ਇੱਕੋ ਹੀ ਚੰਗਿਆੜੀ ਲੱਗੀ ਹੈ ਜਿਸ ਨਾਲ ਸਾਡੇ ਵਿੱਚ ਅੱਗੇ ਵਧਣ ਦੀ ਹਰਕਤ ਆਈ ਹੈ। ਅਜੇ ਤਾਂ ਅਸੀਂ ਭਾਂਬੜ ਬਣ ਕੇ ਪਲਾਂਗੇ ਅਤੇ ਹੋਰ ਵੀ ਅੱਗੇ ਅੱਗੇ ਜਾਵਾਂਗੇ, ਠੀਕ ਹੈ ਨਾ, ਵੀ ਸਾਨੂੰ ਕੋਈ ਨਹੀਂ ਰੋਕ ਸਕਦਾ। ਸਾਨੂੰ ਤਾਂ ਇੱਕ ਬੂੰਦ ਮਿਲੀ ਹੈ ਵੀ ਅਸੀਂ ਸਾਗਰ ਵੀ ਸਾਡੇ ਕੋਲ ਹੋਣਗੇ, ਵੀ ਇੰਨਾ ਜ਼ਿਆਦਾ ਆਕਾਸ਼ ਅੰਬਰ ਵੀ ਅਸੀਂ ਉਹ ਕਰ ਵਿੰਨ ਦੇਣੇ ਨੇ, ਠੀਕ ਹੈ, ਤਾਰੇ ਵੀ ਪੈਰਾਂ ਹੇਠ ਰੋਲ ਦੇਣੇ ਨੇ, ਮਤਲਬ ਇੰਨਾ ਜ਼ਿਆਦਾ ਅਸੀਂ ਅੱਗੇ ਪਹੁੰਚਣਾ, ਅਸੀਂ ਰੁਕਣਾ ਨਹੀਂ ਹੈਗਾ, ਮਤਲਬ ਆਰਾਮ ਨਹੀਂ ਕਰਨਾ, ਠੀਕ ਹੈ ਬੱਚਿਓ। ਅਸੀਂ ਹੁਣ ਅੱਗੇ ਤੋਂ ਅੱਗੇ ਵੱਧਦੇ ਜਾਵਾਂਗੇ, ਧਰਤੀਆਂ 'ਤੇ ਸਮੁੰਦਰ ਗਾਉਂਦੇ ਹੋਏ ਅਸਮਾਨਾਂ ਨੂੰ ਗਾਉਣਾ ਹੈ, ਠੀਕ ਹੈ। ਸਾਡੀ ਚਾਲ ਨੂੰ ਕੋਈ ਹੋਣੀ ਜਾਂ ਲੋਕ ਲਾਜ ਨਹੀਂ ਰੋਕ ਸਕਦੀ, ਇਸ ਨੇ ਦਿਨੋਂ ਦਿਨ ਹੋਰ ਵੀ ਤੇਜ਼ ਹੋਣਾ ਹੈ, ਠੀਕ ਹੈ ਬੱਚਿਓ। ਹੁਣ ਇਸ ਦੇ ਨਾਲ ਪ੍ਰਸ਼ਨ ਉੱਤਰ ਦੇਖਦੇ ਆਪਾਂ। ਅੱਗਿਓਂ ਅੱਗੇ ਚੱਲਣਾ ਕਿਹਨਾਂ ਨੇ ਲਿਖੀ ਹੈ? ਮੋਹਨ ਸਿੰਘ ਜੀ ਨੇ, ਪ੍ਰੋਫੈਸਰ ਮੋਹਨ ਸਿੰਘ, ਠੀਕ ਹੈ। ਅੱਗਿਓਂ ਅੱਗੇ ਚੱਲਣਾ ਕਵਿਤਾ ਦੀ ਸੁਰ ਕਿਹੋ ਜਿਹੀ ਹੈ? ਪ੍ਰਗਤੀਵਾਦੀ। ਪ੍ਰਗਤੀਵਾਦੀ ਕੀ ਹੁੰਦੀ ਹੈ? ਵੀ ਜ਼ਿੰਦਗੀ ਦੇ ਵਿੱਚ ਕੁਝ ਕਰਨ ਦੀ, ਹਿੰਮਤ ਦੀ, ਹੌਸਲੇ ਦੀ। ਅੱਗਿਓਂ ਅੱਗੇ ਚੱਲਣਾ ਕਵਿਤਾ ਵਿੱਚ ਕਵੀ ਕੀ ਕਰਨਾ ਚਾਹੁੰਦਾ ਹੈ? ਅੱਗੇ ਵਧਣਾ। ਕਵਿਤਾ ਅਨੁਸਾਰ ਕਵੀ ਨੇ ਕੀ ਪਾਰ ਕਰ ਜਾਣਾ ਹੈ? ਸੱਤੇ ਸਮੁੰਦਰ। ਕਵੀ ਨੂੰ ਹੁਣ ਕੌਣ ਰਸਤੇ ਤੋਂ ਨਹੀਂ ਭਟਕਾ ਸਕਦਾ? ਕੋਈ ਵੀ। ਸੋਨ ਮਿਰਗ। ਕਵੀ ਕਿਹੜੇ ਖੰਭ ਲਾ ਕੇ ਉੱਡਣ ਦੀ ਗੱਲ ਕਰਦਾ ਹੈ? ਪਿਆਰ ਦੇ ਖੰਭ। ਕਵੀ ਦੇ ਦਿਲ ਨੂੰ ਕਾਹਦੀ ਚਿਣਕ ਲੱਗੀ ਹੈ? ਅੱਗੇ ਵਧਣ ਦੀ, ਠੀਕ ਹੈ ਨਾ। ਤੁਸੀਂ ਵੀ ਲਾਓ ਬੱਚਿਓ, ਜ਼ਰੂਰੀ ਹੈ ਇਹ, ਨਹੀਂ ਤਾਂ ਆਪਾਂ ਬਾਅਦ 'ਚ ਆਪਾਂ ਸੋਚਦੇ ਵੀ ਇੰਨੇ ਸਾਲ ਪਹੁੰਚੀ ਖਰਾਬ ਕਰਤੇ। ਜੇ ਇੱਕ ਦਿਨ ਰੋਜ਼ ਆਪਣੇ ਇੰਟਰਸਟ ਦਾ ਕੰਮ ਕਰੀਏ, ਅੱਜ ਕੱਲ੍ਹ ਤਾਂ ਮਸ਼ਹੂਰ ਹੋਣਾ ਬੱਚਿਓ ਕੋਈ ਔਖਾ ਨਹੀਂ, ਇੰਨਾ ਮੀਡੀਆ ਆਪਣੇ ਕੋਲ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਆ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਵਿਤਾ ਹੈ ਗੁਰੂ ਨਾਨਕ ਨੂੰ, ਅਤੇ ਇਹਦੇ ਵਿੱਚ ਪ੍ਰਸੰਗ ਆਪਾਂ ਕਿੱਦਾਂ ਲਿਖਾਂਗੇ ਬੱਚਿਓ? ਇਹ ਕਾਵ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਲਿਖੀ ਹੋਈ ਕਵਿਤਾ ਗੁਰੂ ਨਾਨਕ ਨੂੰ ਵਿੱਚੋਂ ਲਿਆ ਗਿਆ ਹੈ। ਇਹ ਕਵਿਤਾ ਕਵੀ ਨੇ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਕਰਕੇ ਲਿਖੀ ਹੈ ਅਤੇ ਇਸ ਵਿੱਚ 1947 ਦੀ ਵੰਡ ਸਮੇਂ ਹੋਏ ਫਿਰਕੂ ਘੱਲੂਘਾਰੇ ਤੇ ਬਹੁਤ ਦੁੱਖ ਦੀਆਂ ਘਟਨਾਵਾਂ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਵੀ ਗੁਰੂ ਨਾਨਕ ਨੂੰ ਸੰਬੋਧਨ ਕਰਕੇ ਤਤਕਾਲੀਨ ਮਤਲਬ ਦੁੱਖ ਭਰੀ ਅਵਸਥਾ ਨੂੰ ਬਿਆਨ ਕਰਦਾ ਹੋਇਆ ਆਪਣੇ ਵਿਸ਼ੇ ਦੀ ਭੂਮਿਕਾ ਬੰਨ੍ਹਦਾ ਹੈ, ਮਤਲਬ ਜੋ ਮਾਹੌਲ ਚੱਲ ਰਿਹਾ ਸੀ ਉਸ ਸਮੇਂ ਉਹ ਭੂਮਿਕਾ ਉਹਨਾਂ ਨੇ ਬੰਨੀ ਹੈ, ਠੀਕ ਹੈ। ਆਹ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ, ਵੀ ਬਾਬਾ ਜੀ ਜਿਹੜਾ ਤੇਰਾ ਸੁੰਦਰ ਵਤਨ ਸੀ ਨਾ, ਵੀ ਤੂੰ ਦੇਖ ਆ ਕੇ ਕਿੰਨਾ ਵੀਰਾਨ ਹੋ ਗਿਆ 1947 ਵੇਲੇ। ਰੱਬ ਦੇ ਘਰ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ। ਧਰਮ ਦੇ ਨਾਂ 'ਤੇ ਜੋ ਲੋਕ ਲੜਦੇ ਨੇ ਹੈ ਨਾ, ਵੀ ਰੱਬ ਦੇ ਰਾਖੇ ਬਣੇ ਹੋਏ ਸੀ, ਉਹ ਸ਼ੈਤਾਨ ਬਣ ਕੇ ਇੱਕ ਦੂਜਿਆਂ ਦਾ ਕਤਲ ਕਰ ਰਹੇ ਨੇ। ਕਲਯੁੱਗ ਹੈ ਰੱਥ ਅਗਨ ਦਾ, ਤੂੰ ਆਪ ਆਖਿਆ ਵੀ ਕਲਯੁੱਗ ਇੱਕ ਰੱਥ ਹੈ, ਇੱਕ ਅਗਨ ਦਾ, ਵੀ ਬਾਬਾ ਜੀ ਨੇ ਖੁਦ ਕਿਹਾ ਸੀ ਵੀ ਜਿਹੜਾ ਪਾਪ ਹੈ, ਕੂੜ ਹੈ, ਝੂਠ ਹੈ, ਵੀ ਹੁਣ ਦੁਬਾਰਾ ਉਹ ਰਥਵਾਨ ਹੋ ਗਿਆ, ਵੀ ਦੁਬਾਰਾ ਰੱਥ ਚਲਾਉਣ ਲੱਗ ਗਿਆ। ਜੋ ਖਾਬ ਸੀ ਤੂੰ ਦੇਖਿਆ ਵਣ ਥੱਲੇ ਸੁੱਤਿਆਂ, ਸੋਹਣਾ ਉਹ ਤੇਰਾ ਖਾਬ ਪਰੇਸ਼ਾਨ ਹੋ ਗਿਆ, ਵੀ ਤੂੰ ਇੱਕ ਸੋਹਣੇ ਸਮਾਜ ਦਾ ਖਾਬ ਦੇਖਿਆ ਸੀ ਜਿਹਦੇ ਕਰਕੇ ਚਾਰ ਉਦਾਸੀਆਂ ਕਰਕੇ ਪੂਰੇ ਦੇ ਪੂਰੇ ਸਮਾਜ ਨੂੰ ਸੁਧਾਰਿਆ ਸੀ, ਵੀ ਉਹ ਤੇਰਾ ਖਾਬ ਪਰੇਸ਼ਾਨ ਹੋ ਗਿਆ, ਮਤਲਬ ਹੁਣ ਬਿਲਕੁਲ ਉਲਟ ਹੋ ਰਿਹਾ। ਉਹ ਮੱਚੇ ਤੇਰੇ ਦੇਸ਼ ਦੀ ਹਿੱਕ ਤੇ ਉਲੰਬੜੇ, ਉਲੰਬੜੇ ਮਤਲਬ ਅੱਗਾਂ ਲੱਗੀਆਂ ਹੋਈਆਂ ਨੇ, ਲਾਂਬੂ ਲੱਗੇ ਹੋਏ ਨੇ, ਠੀਕ ਹੈ ਨਾ। ਪੰਜ ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ, ਵੀ ਪੰਜ ਪਾਣੀਆਂ ਦਾ ਪਾਣੀ ਵੀ ਉਹ ਅੱਗ ਨੂੰ ਬੁਝਾ ਨਹੀਂ ਸਕਦਾ। ਪੰਜਾਬ ਦਾ ਨਾਂ ਪੰਜ ਪਾਣੀਆਂ ਤੋਂ ਪਿਆ ਨਾ ਬੱਚੋ। ਉਹ ਝੁੱਲੀਆਂ ਤੇਰੇ ਦੇਸ਼ 'ਤੇ ਮਾਰੂ ਹਨੇਰੀਆਂ, ਵੀ ਤੇਰੇ ਦੇਸ਼ ਦੇ ਉੱਪਰ ਕਿਸ ਤਰ੍ਹਾਂ ਮਾਰੂ ਹਨੇਰੀਆਂ, ਇੱਕ ਦੂਜੇ ਨੂੰ ਮਾਰਨ ਵਾਲੀਆਂ ਹਨੇਰੀਆਂ ਚੱਲ ਰਹੀਆਂ ਨੇ। ਉੱਡ ਕੇ ਸਾਡਾ ਆਲਣਾ ਕੱਖ ਕਾਨ ਹੋ ਗਿਆ, ਵੀ ਸਾਰੇ ਘਰ ਕੀ ਹੋ ਗਏ? ਤਬਾਹ ਹੋ ਗਏ, ਬਰਬਾਦ ਹੋ ਗਏ, ਆਪਣਾ ਦੇਸ਼
ਤਬਾਹੀ ਵੱਲ ਜਾ ਰਿਹਾ। ਯੁੱਗਾਂ ਦੀ ਸਾਂਝੀ ਸੱਭਿਅਤਾ ਪੈਰੀ ਲਿਤੜ ਗਈ, ਵੀ ਇੰਨੀ ਸਾਂਝੀ ਹਿੰਦੂ ਮੁਸਲਮਾਨ ਇਕੱਠੇ ਹੋ ਕੇ ਰਹਿੰਦੇ ਸੀ ਪਿਆਰ ਨਾਲ, ਵੀ ਉਹ ਪੈਰੀ ਲਿਤੜ ਗਈ। ਠੀਕ ਹੈ, ਸਦੀਆਂ ਦੇ ਸਾਂਝੇ ਖੂਨ ਦਾ ਵੀ ਨਹਾਣ ਹੋ ਗਿਆ, ਵੀ ਹਿੰਦੂ ਮੁਸਲਮਾਨ ਨਹਾਣ ਹੋ ਗਏ, ਮਤਲਬ ਨਾਸ਼ ਹੋ ਗਿਆ, ਇੱਕ ਦੂਜੇ ਦਾ ਖੂਨ ਕਰ ਰਹੇ ਨੇ ਉਹ। ਵੰਡ ਬੈਠੇ ਤੇਰੇ ਪੁੱਤ ਨੇ ਸਾਡੇ ਸਵਰਗ ਨੂੰ, ਵੀ ਮਤਲਬ ਭਾਰਤ ਦੇ ਸਵਰਗ ਨੂੰ ਹਿੰਦੂ ਮੁਸਲਮਾਨ ਜੋ ਪੁੱਤਰ ਸੀ ਨਾ, ਤੇ ਉਹ ਵੰਡ ਬੈਠੇ ਨੇ। ਵੰਡਿਆ ਸਵਰਗ ਨਰਕ ਦਾ ਸਮਿਆਨ ਹੋ ਗਿਆ, ਸਮਿਆਨ ਮਤਲਬ ਸਮਾਨ ਹੋ ਗਿਆ, ਵੀ ਸਵਰਗ ਇੱਕ ਨਰਕ ਬਣ ਗਿਆ। ਚਾਰੇ ਪਾਸੇ ਤਬਾਹੀ ਹੈ, ਲੁੱਟਾਂ ਖੋਰਾਂ ਨੇ, ਮਾਰ ਹੈ। ਉੱਧਰ ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਗਿਆ, ਇੱਧਰੋਂ ਮਸੀਤੋਂ ਬਾਹਰ ਹੈ ਕੁਰਾਨ ਹੋ ਗਿਆ, ਵੀ ਜੋ ਧਰਮ ਗ੍ਰੰਥ ਸਿਖਾਉਂਦੇ ਸੀ ਉਹ ਸਭ ਕੁਛ ਲੋਕਾਂ ਨੇ ਦਿਮਾਗ 'ਚੋਂ ਕੱਢਤਾ, ਮੰਦਰਾਂ ਦੇ ਵਿੱਚੋਂ ਵੀ ਅਤੇ ਮਸੀਤਾਂ ਦੇ ਵਿੱਚੋਂ ਵੀ। ਕੁਰਾਨ ਸ਼ਰੀਫ ਆਪਾਂ ਕਹਿੰਦੇ ਮੁਸਲਮਾਨਾਂ ਦੀ ਧਾਰਮਿਕ ਪੁਸਤਕ ਹੁੰਦੀ ਹੈ, ਚੰਗਾ ਬਣਨਾ ਸਿਖਾਉਂਦੀ ਹੈ ਨਾ, ਅਤੇ ਇਸ ਤਰ੍ਹਾਂ ਹਿੰਦੂਆਂ ਦੇ ਧਰਮ ਗ੍ਰੰਥ ਨੇ ਉਹ ਵੀ ਚੰਗਾ ਬਣਨਾ ਸਿਖਾਉਂਦੇ ਨੇ। ਹਿੰਦਵਾਣੀਆਂ ਤੁਰਕਾਣੀਆਂ ਦੋਹਾਂ ਦੀ ਪੱਤ ਗਈ, ਬੁਰਕੇ ਸੰਧੂਰ ਦੋਹਾਂ ਦਾ ਅਪਮਾਨ ਹੋ ਗਿਆ, ਵੀ ਹਿੰਦੂਆਂ ਅਤੇ ਮੁਸਲਮਾਨਾਂ ਦੀ ਜਿਹੜੀਆਂ ਇਸਤਰੀਆਂ ਸਨ, ਉਹਨਾਂ ਦੇ ਬੁਰਕੇ ਸੰਧੂਰ, ਉਹਨਾਂ ਦਾ ਵੀ ਬਹੁਤ ਅਪਮਾਨ ਹੋਇਆ ਸੀ ਉਸ ਸਮੇਂ, ਲੜਕੀਆਂ ਦਾ ਵੀ। ਇੱਕ ਪਾਸੇ ਪਾਕੀ ਪਾਕਿਸਤਾਨ ਹੋ ਗਿਆ, ਇੱਕ ਪਾਸੇ ਹਿੰਦੂ ਹਿੰਦੀ ਹਿੰਦੁਸਤਾਨ ਹੋ ਗਿਆ, ਵੀ ਇੱਕ ਪਾਸੇ ਤਾਂ ਪਾਕਿਸਤਾਨ ਬਣ ਗਿਆ ਅਤੇ ਦੂਜੇ ਪਾਸੇ ਹਿੰਦੁਸਤਾਨ ਬਣ ਗਿਆ। ਇੱਕ ਸੱਜੀ ਤੇਰੀ ਅੱਖ ਸੀ, ਇੱਕ ਖੱਬੀ ਤੇਰੀ ਅੱਖ ਸੀ, ਦੋਹਾਂ ਅੱਖਾਂ ਦਾ ਹਾਲ ਤੇ ਨੁਕਸਾਨ ਹੋ ਗਿਆ, ਵੀ ਬਾਬਾ ਤੇਰੇ ਦੋਨੇ ਹੀ ਤੇਰੇ ਹੀ ਅੱਖਾਂ ਸਨ, ਹਿੰਦੂ ਅਤੇ ਮੁਸਲਿਮ, ਉਹ ਦੋਨੋਂ ਆਪਸ ਦੇ ਵਿੱਚ ਲੜ ਕੇ ਹਿੰਦੁਸਤਾਨ ਪਾਕਿਸਤਾਨ ਬਣਾ ਬੈਠੇ, ਵੀ ਉਹਨਾਂ ਦਾ ਕੀ ਹਾਲੋ ਬੇਹਾਲ ਹੋ ਗਿਆ। ਕੁਝ ਐਸਾ ਕੁਫਰ ਤੋਲਿਆ ਈਮਾਨ ਵਾਲਿਆਂ, ਵੀ ਦੇਖੋ ਬੱਚੋ ਆਮ ਜਨਤਾ ਤਾਂ ਬਹੁਤ ਪਿਆਰ ਨਾਲ ਰਹਿੰਦੀ ਸੀ, ਉਹਨਾਂ ਦਾ ਕਿੱਥੇ ਦਿਲ ਕਰਦਾ ਜੇ ਆਪਾਂ ਨੂੰ ਕੋਈ ਕਹੇ ਵੀ ਤੁਸੀਂ ਆਪਣੇ ਥਾਂ ਛੱਡ ਕੇ ਚਲੇ ਜਾਓ, ਆਪਾਂ ਛੱਡ ਕੇ ਚਲੇ ਜਾਵਾਂਗੇ, ਬਿਲਕੁਲ ਵੀ ਨਹੀਂ। ਇਹ ਜਿਹੜੇ ਕੁਝ ਲਾਲਚੀ ਲੋਕ ਸੀ ਧਰਮ ਦੇ ਨਾਂ 'ਤੇ, ਉਹਨਾਂ ਨੂੰ ਇਹ ਸੀ ਵੀ ਗੱਦੀ ਸਾਡੇ ਕੋਲ ਹੋਵੇ, ਦੂਜੇ ਚਾਹੁੰਦੇ ਸੀ ਸਾਡੇ ਕੋਲ ਹੋਵੇ, ਉਹਨਾਂ ਨੇ ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਇਹ ਗੱਲ ਦਾ, ਅਤੇ ਉਹ ਸਿਰਫ ਥੋੜ੍ਹੇ ਜਿਹੇ ਲੋਕਾਂ ਕਰਕੇ ਦੇਖੋ ਇਹ ਹਾਲ ਹੋਇਆ। ਕੁਫਰ ਮਤਲਬ ਝੂਠ, ਈਮਾਨ ਧਰਮ ਦੇ ਨਾਂ 'ਤੇ ਇਹੋ ਜਿਹੇ ਝੂਠ ਬੋਲੇ, ਉਹਨਾਂ ਨੇ ਲੋਕਾਂ ਨੂੰ ਭੜਕਾਇਆ, ਅਤੇ ਵਿਚਾਰੀ ਆਮ ਜਨਤਾ ਜਿਹਨੂੰ ਪਤਾ ਹੀ ਨਹੀਂ ਹੁੰਦਾ ਸੀ, ਜਿਹਦੀ ਗਿਣਤੀ ਇੰਨੀ ਜ਼ਿਆਦਾ ਸੀ, ਉਹਨਾਂ ਨੂੰ ਆਪਣਾ ਸਭ ਕੁਝ ਛੱਡ ਕੇ ਜਾਣਾ ਪਿਆ। ਠੀਕ ਹੈ ਨਾ, ਆਪਾਂ ਦੇਖੋ ਇੱਕ ਚੀਜ਼ ਨਹੀਂ ਆਪਣੀ ਛੱਡ ਸਕਦੇ, ਉਹਨਾਂ ਨੇ ਜ਼ਮੀਨਾਂ ਜਾਇਦਾਦਾਂ ਘਰ-ਬਾਰ ਬੱਚੇ ਸਭ ਕੁਛ ਰੋਲਦੇ ਸੀ। ਬਹੁਤ ਮਾੜਾ ਸਮਾਂ ਸੀ ਬੱਚਿਓ, ਬਸ ਸੋਚ ਕੇ ਵੀ ਨਾ ਦਿਲ ਕੰਬ ਜਾਂਦਾ। ਮੁੜ ਮੈਦੇ ਬਾਸਮਤੀਆਂ ਦਾ ਆਦਰ ਹੈ ਵਧਿਆ, ਮੁੜ ਕੋਦਰੇ ਦੀ ਰੋਟੀ ਦਾ ਅਪਮਾਨ ਹੋ ਗਿਆ, ਮਤਲਬ ਮੈਦੇ ਬਾਸਮਤੀਆਂ ਬਨਾਵਟੀ ਚੀਜ਼ਾਂ ਨੇ ਜੋ ਉਹ ਚੱਲ ਰਹੀਆਂ ਨੇ, ਮਤਲਬ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਕਹਾਣੀ ਆ ਬੱਚਿਓ, ਮਲਕ ਭਾਗੋ ਅਤੇ ਭਾਈ ਲਾਲੋ ਦੀ ਸਾਖੀ ਵੱਲ ਇਸ਼ਾਰਾ ਕੀਤਾ ਹੈ, ਵੀ ਕੋਦਰੇ ਦੀ ਰੋਟੀ ਜੋ ਇੱਕ ਹੱਕ ਦੀ ਕਮਾਈ ਸੀ, ਉਹਦੇ ਵਿੱਚੋਂ ਦੁੱਧ ਨਿਕਲਿਆ ਸੀ ਹੈ ਨਾ, ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਦਿੱਤੀ ਸੀ ਹੈ ਨਾ, ਅਤੇ ਮਲਕ ਭਾਗੋ ਦੀ ਰੋਟੀ ਦੇ ਵਿੱਚੋਂ ਕੀ ਸੀ ਬੱਚੋਂ, ਜ਼ਹਿਰ ਨਿਕਲਿਆ ਸੀ, ਵੀ ਹੁਣ ਉਹ ਪ੍ਰਧਾਨ ਹੋ ਗਈ। ਮਲਕ ਭਾਗੋ ਦੀ ਰੋਟੀ ਆ ਮਤਲਬ ਮੈਦੇ ਬਾਸਮਤੀਆਂ ਅਮੀਰੀ, ਕੋਦਰੇ ਦੀ ਰੋਟੀ ਮਤਲਬ ਹੱਕ ਦੀ ਕਮਾਈ ਦਾ ਅਪਮਾਨ ਹੋ ਰਿਹਾ। ਮੁੜ ਭਾਗੋਆਂ ਦੀ ਚਾਦਰੀ ਛਿੱਟੇ ਨੇ ਖੂਨ ਦੇ, ਮੁੜ ਲਾਲੋਆਂ ਦੇ ਖੂਨ ਦਾ ਨੁਚੜਾਨ ਹੋ ਗਿਆ, ਮਤਲਬ ਜਿਹੜੇ ਕਥਾ ਕਹਾਣੀਆਂ ਸਾਖੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੀਆਂ ਹੋਈਆਂ ਨੇ, ਠੀਕ ਹੈ ਨਾ, ਵੀ ਭਾਗੋ ਮਲਕ ਭਾਗੋ ਸੀ, ਲੋਕਾਂ ਦਾ ਖੂਨ ਪੀਂਦਾ ਸੀ, ਵੀ ਉਹਦੀ ਚਾਦਰ ਦੇ ਉੱਪਰ ਪੂਰੇ ਖੂਨ ਦੇ ਛਿੱਟੇ ਸਾਫ਼ ਦਿਸ ਰਹੇ ਨੇ। ਅਮੀਰ ਲੋਕ ਨੇ ਜਿਹੜੇ ਉੱਥੇ ਸੋਨਾ ਚੜ੍ਹਾਇਆ ਜਾ ਰਿਹਾ, ਗਰੀਬਾਂ ਦੀ ਕੁੱਲੀ ਦੇ ਵਿੱਚ ਤੀਲਾ ਵੀ ਨਹੀਂ ਰਹਿਣ ਦਿੱਤਾ ਜਾ ਰਿਹਾ, ਠੀਕ ਹੈ ਨਾ। ਫਿਰ ਉੱਚਿਆਂ ਦੇ ਮਹਿਲਾਂ 'ਤੇ ਸੋਨਾ ਮੜੇ ਰਿਹਾ, ਫਿਰ ਨੀਵਿਆਂ ਦੀ ਕੁੱਲੀ ਦਾ ਵੀ ਵਾਣ ਹੋ ਗਿਆ, ਠੀਕ ਹੈ ਨਾ, ਕੁਛ ਵੀ ਨਹੀਂ ਉਹਨਾਂ ਕੋਲ ਰਿਹਾ, ਵਹਿ ਗਈਆਂ, ਖਤਮ ਹੋ ਗਈਆਂ। ਉਹ ਸੂਰ ਉਸ ਗਊ ਦਾ ਹੱਕ ਨਾਰਾ ਲਾਇਆ, ਇਹ ਹੱਕ ਪਰ ਨਿਹੱਕ ਤੋਂ ਕੁਰਬਾਨ ਹੋ ਗਿਆ, ਠੀਕ ਹੈ ਨਾ, ਵੀ ਨਿਹੱਕ ਹੁਣ ਹੱਕ ਨਹੀਂ ਰਿਹਾ, ਵੀ ਜਿਵੇਂ ਉਹ ਗੁਰੂ ਜੀ ਨੇ ਸਮਝਾਇਆ ਸੀ ਵੀ ਉਸ ਸੂਰ ਉਸ ਗਾਏ ਹੈ ਨਾ, ਵੀ ਇੱਕ ਦੂਜੇ ਦੇ ਜਿਹੜੇ ਵੈਰੀ ਨਾ ਬਣੋ, ਪਿਆਰ ਕਰੋ ਆਪਸ ਦੇ ਵਿੱਚ, ਹਿੰਦੂ ਮੁਸਲਮਾਨ, ਜਿਸ ਤਰ੍ਹਾਂ ਹਿੰਦੂ ਗਊ ਨੂੰ ਮੰਨਦੇ ਨੇ ਹੈ ਨਾ, ਅਤੇ ਮੁਸਲਮਾਨ ਸੂਰ ਨੂੰ ਮੰਨਦੇ ਨੇ ਹੈ ਨਾ ਬੱਚਿਓ, ਪਰਾਇਆ ਹੱਕ ਖਾਣਾ, ਪਰ ਹੁਣ ਉਹ ਆਮ ਹੀ ਚੱਲ ਰਿਹਾ। ਮੁੜ ਗਾਉਣੇ ਪਏ ਨੇ ਮੈਨੂੰ ਸੋਲੇ ਖੂਨ ਦੇ, ਪਾ ਪਾ ਕੁੰਗੂ ਰਤ ਦਾ ਰਤਲਾਣ ਹੋ ਗਿਆ ਹੈ ਨਾ, ਵੀ ਮੈਨੂੰ ਦੁਬਾਰਾ ਫਿਰ 1947 ਦੇ ਵਿੱਚ ਇਹ ਸਭ ਕੁਛ ਲਿਖਣਾ ਪਿਆ ਹੈ ਨਾ, ਸੋਲੇ ਖੂਨ ਦੇ ਮਤਲਬ ਲਹੂ ਦੇ ਗੀਤ ਲਿਖਣੇ ਪਏ ਨੇ। ਕੁੰਗੂ ਕੀ ਹੁੰਦਾ, ਕੇਸਰ, ਵਿੱਚ ਰਤਲਾਨ ਹੁੰਦਾ ਲਹੂ ਲਹਾਨ ਹੈ ਨਾ।
ਵੀ ਹੁਣ ਕੀ ਹੈ, ਇਹ ਸਾਰਾ ਕੁਝ ਲਹੂ ਲਹਾਨ ਇੰਨਾ ਜ਼ਿਆਦਾ ਵੱਧ ਗਿਆ, ਇਸ ਕਰਕੇ ਮੈਨੂੰ ਕੀ ਲਿਖਣਾ ਪਿਆ, ਇਹ ਲਿਖਣਾ ਪਿਆ ਕਿਉਂਕਿ ਇਸਤਰੀਆਂ ਦੀ ਬੇਪਤੀ ਅਤੇ ਹੋਰ ਗਰੀਬਾਂ ਦਾ ਜੋ ਘਾਣ ਹੋ ਰਿਹਾ ਉਹਦੇ ਕਰਕੇ। ਤੂੰ ਰੱਬ ਨੂੰ ਵੰਗਾਰਿਆ ਤੈਨੂੰ ਵੰਗਾਰਾਂ ਮੈਂ, ਆਇਆ ਨਾ ਤੈਂ ਕੀ ਦਰਦ ਇਹ ਘਾਣ ਹੋ ਗਿਆ। ਵੀ ਤੂੰ ਤਾਂ ਰੱਬ ਨੂੰ ਵੰਗਾਰਦਾ ਸੀ ਉਸ ਸਮੇਂ, ਅਤੇ ਪਰ ਮੈਂ ਤੈਨੂੰ ਵੰਗਾਰਦਾ ਵੀ ਹੇ ਬਾਬਾ ਜੀ ਤੂੰ ਇੱਥੇ ਮੁੜ ਕੇ ਆ, ਵੀ ਲੋਕਾਂ ਨੂੰ ਸਮਝਾ, ਵੀ ਜੋ ਲੋਕ ਤੂੰ ਸਮਝਾਏ ਸੀ ਵੀ ਅੱਜ ਇੱਕ ਦੂਜੇ ਦੇ ਲਈ ਕਿੰਨੇ ਪਾਗਲ ਹੋ ਰਹੇ ਨੇ, ਮਾਰ ਰਹੇ ਨੇ ਇੱਕ ਦੂਜੇ ਨੂੰ। ਠੀਕ ਹੈ ਨਾ ਬੱਚਿਓ, ਇਹ ਸਾਰਾ 1947 ਵੇਲੇ ਦੀ ਵੰਡ ਦੇ ਵਿੱਚ ਜੋ ਜੋ ਗੱਲਾਂ ਆਈਆਂ ਨੇ ਉਹ ਸਾਰਾ ਕੁਝ ਕਵੀ ਨੇ ਬਹੁਤ ਹੀ ਦਰਦਨਾਕ ਤਰੀਕੇ ਨਾਲ ਬਿਆਨ ਕੀਤਾ। ਕੇਂਦਰੀ ਭਾਵ ਇਹਦਾ ਇਹ ਹੈ ਕਿ 1947 ਵਿੱਚ ਪੰਜਾਬ ਦੀ ਵੰਡ ਨਾਲ ਗੁਰੂ ਨਾਨਕ ਦਾ ਜੋ ਦੇਸ਼ ਹੈ ਪੰਜਾਬ, ਉਹ ਵੀਰਾਨ ਹੋ ਗਿਆ, ਖਾਲੀ ਹੋ ਗਿਆ ਬਿਲਕੁਲ। ਇਸ ਸਮੇਂ ਹੋਏ ਘੱਲੂਘਾਰੇ ਵਿੱਚ ਲੱਖਾਂ ਲੋਕ ਉਜੜੇ, ਧਰਮ ਦੀ ਬੇਅਦਬੀ ਅਤੇ ਇਸਤਰੀਆਂ ਦੀ ਬੇਪਤੀ ਹੋਈ ਸੀ। ਇਸ ਦੇ ਨਾਲ ਹੀ ਅਜੋਕੇ ਯੁੱਗ ਵਿੱਚ ਬੇਹੱਕ ਅਤੇ ਅਧਰਮ ਪ੍ਰਧਾਨ ਹੋ ਗਿਆ ਸੀ। ਅੱਜ ਇੱਥੇ ਮਨੁੱਖ ਦੁਸ਼ਮਣ ਬਣ ਗਏ ਸਨ, ਭਾਈਚਾਰਾ ਖਤਮ ਹੋ ਗਿਆ ਸੀ, ਖੂਨ ਹੀ ਖੂਨ ਦਿਖਾਈ ਦੇ ਰਿਹਾ ਹੈ। ਇਸ ਘੱਲੂਘਾਰੇ ਅਤੇ ਅਧਰਮ ਨੂੰ ਰੋਕਣ ਲਈ ਗੁਰੂ ਨਾਨਕ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ। ਬੱਚਿਓ, ਕਵੀ ਨੇ ਇਹ ਸ਼੍ਰੀ ਗੁਰੂ ਨਾਨਕ ਜੀ ਅੱਗੇ ਇਹ ਅਰਜ਼ੋਈ ਕੀਤੀ ਹੈ। ਪ੍ਰਸ਼ਨ ਉੱਤਰ। ਪ੍ਰੋਫੈਸਰ ਮੋਹਨ ਸਿੰਘ ਜੀ ਦੀ ਕਵਿਤਾ ਦਾ ਨਾਮ ਦੱਸੋ। ਗੁਰੂ ਨਾਨਕ ਨੂੰ। ਕਲਯੁੱਗ ਦੇ ਰਥ ਦਾ ਰਥਵਾਨ ਕੌਣ ਹੈ? ਮਤਲਬ ਜੋ ਅੱਜ ਕੱਲ੍ਹ ਦਾ ਪਾਪ ਹੈ। ਠੀਕ ਹੈ ਨਾ। ਅੱਗੇ ਆ ਗਿਆ, ਕਲਯੁੱਗ ਹੈ ਰਥ ਅਗਨ ਦਾ, ਕਿਹਨੇ ਕਿਹਾ ਸੀ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਕਵੀ ਗੁਰੂ ਨਾਨਕ ਨੂੰ ਕਿਸ ਦੇ ਵੀਰਾਨ ਹੋਣ ਬਾਰੇ ਕਹਿੰਦਾ ਹੈ? ਪੰਜਾਬ ਦੇ। ਤੇ ਗੁਰੂ ਨਾਨਕ ਨੂੰ ਕਵਿਤਾ ਵਿੱਚ ਕਿਹੜੇ ਇਤਿਹਾਸਿਕ ਦੁਖਾਂਤ ਦਾ ਜ਼ਿਕਰ ਹੈ? 1947 ਦੀ ਹੋਈ ਪੰਜਾਬ ਦੀ ਵੰਡ ਦਾ। ਕਵੀ ਅਨੁਸਾਰ ਰੱਬ ਦੇ ਘਰਾਂ ਅਰਥਾਤ ਮੰਦਰਾਂ ਮਸੀਤਾਂ ਦਾ ਰਾਖਾ ਕੌਣ ਬਣ ਗਿਆ? ਸ਼ੈਤਾਨ। ਵਰਤਮਾਨ ਯੁੱਗ ਵਿੱਚ ਕੀ ਪ੍ਰਧਾਨ ਹੋ ਗਿਆ ਹੈ? ਕੂੜ, ਮਤਲਬ ਝੂਠ, ਪਾਪ। ਗੁਰੂ ਨਾਨਕ ਨੂੰ ਕਵਿਤਾ ਵਿੱਚ ਕਵੀ ਸਾਂਝਾ ਸਵਰਗ ਕਿਸ ਨੂੰ ਆਖਦਾ ਸੀ? ਸਾਂਝੇ ਧਰਮਾਂ ਵਾਲੇ ਪੰਜਾਬ ਨੂੰ। ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਕਿੱਧਰ ਨਹੀਂ ਰਿਹਾ? ਮਤਲਬ ਪੰਜਾਬ ਦੇ ਵਿੱਚ। ਠੀਕ ਹੈ, ਕਿਉਂਕਿ ਹਿੰਦੂ ਮੁਸਲਮਾਨ ਆਪਸ ਦੇ ਵਿੱਚ ਲੜ ਪਏ ਸਨ, ਧਰਮ ਦੇ ਨਾਂ 'ਤੇ ਕੋਈ ਆਦਰ ਨਹੀਂ ਸੀ ਰਿਹਾ। ਕਦੋਂ ਹਿੰਦੁਸਤਾਨੀਆਂ ਅਤੇ ਤੁਰਕਾਣੀਆਂ ਦੋਹਾਂ ਦੀ ਪੱਤ ਗਈ, ਇੱਜ਼ਤ ਗਈ ਸੀ? 1947 ਸਮੇਂ। ਕੁਫਰ ਕਿਸ ਨੇ ਤੋਲਿਆ ਸੀ? ਧਰਮ ਦੇ ਠੇਕੇਦਾਰਾਂ ਨੇ, ਜਿਨ੍ਹਾਂ ਨੇ ਧਰਮ ਦੇ ਨਾਂ 'ਤੇ ਵੰਡੀਆਂ ਪਾਈਆਂ ਸਨ। ਅੱਜ ਕੱਲ੍ਹ ਕਿਹਨਾਂ ਦਾ ਖੂਨ ਨਿਚੋੜਿਆ ਜਾ ਰਿਹਾ ਹੈ? ਮਤਲਬ ਗਰੀਬਾਂ ਦਾ। ਠੀਕ ਹੈ, ਲਾਲੂਆਂ ਦਾ, ਮਤਲਬ ਜਿਹੜੇ ਗਰੀਬ ਹੱਕ ਦੀ ਕਮਾਈ ਕਰਦੇ ਨੇ। ਕੌਣ ਖੂਨ ਨੂੰ ਨਿਚੋੜ ਰਿਹਾ ਹੈ? ਮਲਕ ਭਾਗੋ। ਕਿਸ ਦੌਰ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੀ ਜੁਗਾਂ ਪੁਰਾਣੀ ਸੱਭਿਅਤਾ ਲਿਤਾੜੀ ਜਾ ਰਹੀ ਸੀ? 1947 ਵੇਲੇ। ਗੁਰੂ ਨਾਨਕ ਦੇਵ ਜੀ ਅਨੁਸਾਰ ਪਰਾਇਆ ਹੱਕ ਖਾਣਾ ਹਿੰਦੂ ਲਈ ਕੀ ਹੈ? ਗਊ ਦੇ ਮਾਸ ਖਾਣ ਦੇ ਬਰਾਬਰ। ਮੁਸਲਮਾਨ ਲਈ ਕੀ ਹੈ? ਸੂਰ ਖਾਣ ਦੇ ਬਰਾਬਰ। ਗੁਰੂ ਨਾਨਕ ਨੇ ਕਿਸ ਦੇ ਜ਼ੁਲਮਾਂ ਵਿਰੁੱਧ ਰੱਬ ਨੂੰ ਕਦੋਂ ਵੰਗਾਰਿਆ ਸੀ? ਬਾਬਰ ਦੇ। ਗੁਰੂ ਨਾਨਕ ਦੇਵ ਜੀ ਨੇ ਕਿਹੜੀ ਬਾਣੀ ਵਿੱਚ ਬਾਬਰ ਦੇ ਜ਼ੁਲਮਾਂ ਵਿਰੁੱਧ ਆਵਾਜ਼ ਉਠਾਈ ਸੀ? ਬਾਬਰ ਬਾਣੀ ਦੇ ਵਿੱਚ। 1947 ਵਿੱਚ ਹੋਈ ਭਾਰਤ ਪਾਕ ਵੰਡ ਅਤੇ ਇਸ ਦੇ ਸਿੱਟਿਆਂ ਵਜੋਂ ਜ਼ੁਲਮਾਂ ਤੇ ਇਸਤਰੀਆਂ ਦੀ ਬੇਪਤੀ ਵਿਰੁੱਧ ਕਵੀ ਕਿਸ ਨੂੰ ਉਲਾਂਭਾ ਦਿੰਦਾ ਹੈ? ਗੁਰੂ ਨਾਨਕ ਨੂੰ। ਠੀਕ ਹੈ ਬੱਚੋ। ਫਿਰ ਇਸ ਤੋਂ ਬਾਅਦ ਆ ਗਿਆ ਆਪਣਾ ਜੱਟੀਆਂ ਦੀ ਗੀਤ ਕਵਿਤਾ। ਜੱਟੀਆਂ ਮਤਲਬ ਇੱਕ ਤਰ੍ਹਾਂ ਨਾਲ ਮਿਹਨਤਕਸ਼ ਕੌਮ ਦੇ ਬਾਰੇ ਜ਼ਿਕਰ ਕੀਤਾ ਹੈ ਵੀ ਉਹ ਇੰਨੀ ਮਿਹਨਤ ਕਰਦੀਆਂ ਨੇ, ਬਹੁਤ ਸਾਰਾ ਦਿਨ ਰੁਲੀਆਂ ਖੁਲੀਆਂ ਰਹਿੰਦੀਆਂ ਨੇ ਬੱਚੋ। ਪ੍ਰਸੰਗ ਕਿੱਦਾਂ ਲਿਖਾਂਗੇ ਬੱਚੋ? ਇਹ ਕਾਵਿ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਕਵਿਤਾ ਜੱਟੀਆਂ ਦਾ ਗੀਤ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਮੁਜ਼ਾਹਰਾ ਜੱਟੀਆਂ ਦੇ ਮੂੰਹੋਂ ਉਹਨਾਂ ਦੇ ਕੰਗਾਲੀ ਭਰੇ ਜੀਵਨ ਦੀ ਜ਼ਗੀਰਦਾਰ ਤੇ ਉਸਦੇ ਪਰਿਵਾਰ ਦੇ ਐਸ਼ ਭਰੇ ਜੀਵਨ ਨਾਲ ਤੁਲਨਾ ਕਰਦਿਆਂ ਪ੍ਰਗਤੀਵਾਦੀ ਵਿਚਾਰਧਾਰਾ ਅਨੁਸਾਰ ਕਾਮਿਆਂ ਦੇ ਇਕਮੁੱਠ ਹੋ ਕੇ ਜਗੀਰਦਾਰੀ ਦੀ ਲੁੱਟ ਘਸੁੱਟ ਨੂੰ ਖਤਮ ਕਰਨ ਦਾ ਵਿਚਾਰ ਪੇਸ਼ ਕੀਤਾ ਹੈ। ਇਹਨਾਂ ਸਤਰਾਂ ਵਿੱਚ ਜੱਟੀਆਂ ਆਪਣੀ ਕੰਗਾਲੀ ਭਰੇ ਜੀਵਨ ਦੀ ਜਗੀਰਦਾਰ ਤੇ ਉਸਦੇ ਪਰਿਵਾਰ ਦੇ ਐਸ਼ਾਂ ਭਰੇ ਜੀਵਨ ਦੇ ਨਾਲ ਤੁਲਨਾ ਕਰਦੇ ਨੇ। ਮਤਲਬ ਜਿਹੜੇ ਛੋਟੇ ਕਿਸਾਨ ਨੇ ਬੱਚਿਓ, ਜਗੀਰਦਾਰ ਕੀ ਹੁੰਦੇ ਨੇ? ਵੱਡੇ ਵੱਡੇ ਜਗੀਰਦਾਰ, ਮਤਲਬ ਜਿਨ੍ਹਾਂ ਕੋਲ ਬਹੁਤ ਕੁਛ ਹੁੰਦਾ ਹੈ। ਛੋਟੇ ਕਿਸਾਨ ਵਿਚਾਰੇ ਮਸਾਂ ਮਿਹਨਤਾਂ ਕਰਦੇ ਨੇ। ਠੀਕ ਹੈ ਨਾ। ਵੀ ਇੱਕ ਦਿਨ ਕਈ ਵਿਚਾਰਧਾਰਕ ਹੋਏ ਨੇ ਵੀ ਇੱਕ ਦਿਨ ਇਹੋ ਜਿਹਾ ਆਵੇਗਾ ਵੀ ਸਾਰੇ ਜਿਹੜੇ ਕਿਰਤੀ ਨੇ ਇਕੱਠੇ ਹੋ ਜਾਣਗੇ, ਉਹ ਜਗੀਰਦਾਰਾਂ ਨੂੰ ਖਤਮ ਕਰ ਦੇਣਗੇ। ਠੀਕ ਹੈ, ਚਲੋ ਫਿਰ ਆਪਾਂ ਪੜ੍ਹੀਏ। ਹੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ, ਸਾਡੀਆਂ ਸੁੱਥਣਾਂ ਨੂੰ ਭਖੜਾ ਵੇਹੋ। ਭਖੜਾ ਕੀ ਹੁੰਦਾ ਬੱਚੋ? ਇੱਕ ਤਰ੍ਹਾਂ ਨਾਲ ਕੰਡੇਦਾਰ ਬੀਜ ਜਿਹਾ ਹੁੰਦਾ ਹੈ
ਜਦੋਂ ਪਹਿਲਾਂ ਆਪਾਂ ਤੁਰੇ ਜਾਂਦੇ ਸੀ, ਮਤਲਬ ਮਿਹਨਤ ਕਰਦੇ ਸੀ, ਤੁਰ ਕੇ ਉਹ ਜਿਹੜੇ ਪਜਾਮਿਆਂ ਜਾਂ ਸਲਵਾਰਾਂ ਦੇ ਪਹੁੰਚਿਆਂ ਨੂੰ ਚਿੰਬੜ ਜਾਂਦੇ ਸਨ, ਤਿੱਖੇ ਤਿੱਖੇ ਕੰਡਿਆਂ ਦੇ ਵਰਗੇ ਹੁੰਦੇ ਨੇ। ਵੀ ਤੇਰੀ ਘੋੜੀ ਜਿਹੜੀ ਤੇਰੇ ਜਾਨਵਰਾਂ ਦੇ ਵੀ ਪੈਰਾਂ ਦੇ ਵਿੱਚ ਘੁੰਗਰੂ ਨੇ, ਪਰ ਸਾਡੇ ਪੈਰਾਂ ਦੇ ਵਿੱਚ ਘੁੰਗਰੂ ਨਹੀਂ ਹੈਗੇ, ਝਾਂਜਰਾਂ ਨਹੀਂ ਹੈਗੀਆਂ, ਪੱਖੜੇ ਨੇ, ਮਤਲਬ ਤਿੱਖੇ ਕੰਡੇ ਨੇ, ਕਿਉਂਕਿ ਅਸੀਂ ਮਿਹਨਤ ਕਰਦੇ ਰਹਿੰਦੇ ਹਾਂ ਸਾਰਾ ਦਿਨ। ਨਾ ਸਾਡੀ ਵਾੜੀ ਤੇ ਨਾ ਸਾਡੇ ਵਾੜੇ, ਨਾ ਤਨ ਕੱਜਣੇ ਨੂੰ ਕੱਪੜਾ ਵੇਹੋ। ਠੀਕ ਹੈ ਨਾ। ਬਾਗ ਬਗੀਚੇ, ਵਾੜੀ ਵਾੜੇ ਆਪਾਂ ਬਾਗ ਬਗੀਚਿਆਂ ਨੂੰ ਕਹਿ ਦਿੰਦੇ ਹਾਂ। ਠੀਕ ਹੈ। ਨਾ ਸਾਡੇ ਬਾਗ ਬਗੀਚੇ ਨੇ, ਨਾ ਹੀ ਸਾਡੇ ਤਨ 'ਤੇ ਕੱਜਣ ਨੂੰ ਮਤਲਬ ਕੱਪੜਾ ਵੀ ਚੱਜ ਦਾ ਨਹੀਂ ਹੈਗਾ। ਗੋਰੀ ਤੇਰੀ ਝੂਟੇ ਪੱਟ ਦੀਆਂ ਲਾਸਾਂ। ਪੱਟ ਕੀ ਹੁੰਦਾ ਬੱਚੋ? ਰੇਸ਼ਮ ਨੂੰ ਕਿਹਾ ਜਾਂਦਾ। ਰੇਸ਼ਮ ਇੱਕ ਤਰ੍ਹਾਂ ਨਾਲ ਵਧੀਆ ਕੱਪੜੇ ਦੀ ਨਿਸ਼ਾਨੀ ਹੁੰਦੀ ਹੈ ਨਾ। ਪੱਟ ਦੀਆਂ ਲਾਸਾਂ ਮਤਲਬ ਰੱਸੀਆਂ, ਵੀ ਤੇਰੇ ਝੂਟਣ ਵਾਸਤੇ ਵੀ ਰੱਸੀਆਂ ਪਾਈਆਂ ਹੋਏ ਨੇ ਪੱਟ ਦੀਆਂ, ਮਹਿੰਗੇ ਦੀ ਨਿਸ਼ਾਨੀ ਹੈ ਇਹ, ਹੈ ਨਾ। ਹੇਠ ਸੋਨੇ ਦਾ ਪਟੜਾ ਵੀ ਹੋ, ਵੀ ਜਿਹੜੀ ਫੱਟੀ ਉੱਪਰ ਬੈਠਦੀ ਉਹ ਸੋਨੇ ਦੀ ਵੀ ਹੈ। ਠੀਕ ਹੈ। ਪੈਰ ਨੌਹਾਂ ਉੱਤੇ ਚੰਨ ਦੀ ਮਹਿੰਦੀ ਦੇ, ਖੁੱਚੀਏ ਸਾਡੀ ਘਟੜਾ ਵੇਹੋ, ਵੀ ਉਹਨਾਂ ਦੇ ਉੱਪਰ ਵਧੀਆ ਵਧੀਆ ਮਹਿੰਦੀ ਲਾ ਰੱਖੀ ਹੈ ਨਾ, ਪਰ ਸਾਡੇ ਜਿਹੜੇ ਪੈਰ ਨੇ ਖੁੱਚੀ ਮਤਲਬ ਗੋਡੇ ਤੋਂ ਹੇਠਲੀ ਡੂੰਘੀ ਥਾਂ, ਵੀ ਕੀ ਹੈ ਇਹ? ਘੱਟਾ। ਸਾਰਾ ਦਿਨ ਮਿੱਟੀ ਘੱਟੇ ਦੇ ਵਿੱਚ ਅਸੀਂ ਕੰਮ ਕਰਦੇ ਹਾਂ। ਵੀ ਤੇਰੀਆਂ ਔਰਤਾਂ ਨੇ ਮਹਿੰਦੀ ਦੇ ਨਾਲ ਚੰਦ ਵਰਗੇ ਪੈਰ ਸ਼ਿੰਗਾਰੇ ਹੋਏ ਨੇ, ਪਰ ਸਾਡੀਆਂ ਖੁੱਚਾਂ ਕਾਹਦੇ ਨਾਲ ਭਰੀਆਂ ਹੋਈਆਂ ਨੇ? ਮਿੱਟੀ ਘੱਟੇ ਨਾਲ। ਗੋਰੀ ਤੇਰੀ ਬੈਠੀ ਮਹਿਲ ਦੀ ਬਾਰੀ, ਬਾਹੀਂ ਚੂੜਾ ਰਤੜਾ ਵੇਖੋ, ਵੀ ਤੇਰੀ ਗੋਰੀ ਮਹਿਲਾਂ ਦੇ ਵਿੱਚ ਬੈਠੀ ਆ, ਬਾਹਾਂ ਦੇ ਵਿੱਚ ਰਤੜਾ ਮਤਲਬ ਲਾਲ ਸੁਰਖ ਕੀ ਪਾ ਰੱਖਿਆ? ਚੂੜਾ ਪਾ ਰੱਖਿਆ। ਕੋਠਾ ਇੱਕ ਬਿਰਾਤ ਅਸਾਡੀ, ਉਹ ਵੀ ਕੱਚੜਾ ਤੇ ਢੱਠੜਾ ਵੇਹੋ, ਵੀ ਜਿਹੜਾ ਸਾਡਾ ਪੂੰਜੀ ਹੈ, ਬਿਰਾਤ ਮਤਲਬ ਪੂੰਜੀ ਹੈ, ਉਹ ਇੱਕ ਸਾਡਾ ਕੋਠਾ ਏ ਛੋਟਾ ਜਿਹਾ ਕੱਚਾ, ਉਹ ਵੀ ਢਹਿਣ ਵਾਲਾ ਏ। ਉੱਚੀ ਅਟਾਰੀ ਚੰਦਨ ਝੂਲਾ, ਪਲਦਾ ਤੇਰਾ ਬੱਚੜਾ ਵੇਹੋ। ਅਟਾਰੀ ਮਤਲਬ ਚੁਬਾਰਾ, ਉੱਚੇ ਉੱਚੇ ਮਹਿਲਾਂ ਦੇ ਵਿੱਚ ਤੇਰੇ ਬੱਚੇ ਪਲਦੇ ਨੇ। ਰੋਈਆਂ ਵਿੱਚ ਅਸੀਂ ਨਿੰਮੀਏ ਜੰਮੀਏ, ਦਾਸ ਤੇਰਾ ਸਾਡਾ ਨੱਡੜਾ ਵੇਹੋ। ਨੀਵੇਂ ਮਤਲਬ ਰੋਈਆਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਜਨਮ ਦਿੰਦੇ ਹਾਂ, ਗਰਭ ਪਾਲਦੇ ਹਾਂ, ਬੱਚਿਆਂ ਨੂੰ ਜਨਮ ਦਿੰਦੇ ਹਾਂ, ਪਰ ਜਿਹੜਾ ਸਾਡਾ ਬੱਚਾ ਏ ਨੱਡੜਾ ਮਤਲਬ ਜਵਾਨ ਪਤੀ, ਤੇ ਬੱਚਾ ਏ ਜਿਹੜਾ ਸਾਡਾ ਉਹ ਤੇਰੀ ਦਾਸ ਨੇ। ਠੀਕ ਹੈ। ਤੇਰੇ ਦਾਸ ਹੀ ਬਣਨਾ ਉਹਨਾਂ ਨੇ। ਮੈਦਾ ਖਾਵੇਂ ਪੱਟ ਹੜਾਵੇਂ, ਮੈਦਾ ਮਤਲਬ ਤੂੰ ਵਧੀਆ ਵਧੀਆ ਚੀਜ਼ਾਂ ਖਾਣਾ, ਮੈਦਾ ਮਤਲਬ ਮੇਰੀ ਦੀ ਨਿਸ਼ਾਨੀ, ਪੱਟ ਹੜਾਵੇਂ ਵੀ ਪਾਉਣ ਵਾਸਤੇ ਰੇਸ਼ਮ ਆ। ਫਿਰ ਵੀ ਕਰੇ ਸੈ ਨਖਰਾ ਵੇਹੋ, ਫਿਰ ਵੀ ਤੂੰ ਇੰਨੇ ਨਖਰੇ ਕਰਦਾ, ਸਾਡੀਆਂ ਜ਼ਮੀਨਾਂ ਤੂੰ ਖੋਹਣਾ ਦਿਨ ਰਾਤ। ਸਾਡੇ ਮਤਲਬ ਜੰਮਦਿਆਂ ਸਾਰੇ ਚਾਅ ਜਿਹੜੇ ਉਹ ਮਰ ਜਾਂਦੇ ਨੇ, ਵੀ ਇੱਕ ਵੀ ਚਾਅ ਸਾਡਾ ਸਿਰੇ ਨਹੀਂ ਚੜ੍ਹਦਾ। ਵਾਹੀਏ ਬੀਜੀਏ ਸਿੰਜੀਏ ਵੱਢੀਏ, ਗਾਈਏ ਤੇ ਕਰੀਏ ਕੱਟੜਾ ਵੇਹੋ, ਹੈ ਨਾ। ਵੀ ਅਸੀਂ ਦਿਨ ਰਾਤ ਕੀ ਕਰਦੇ ਹਾਂ? ਵੀ ਬਹੁਤ ਮਿਹਨਤ ਕਰਦੇ ਹਾਂ, ਫਿਰ ਵੀ ਕੰਗਾਲੀ ਸਾਡੇ 'ਤੇ ਆਉਂਦੀ ਹੈ। ਖੇਤਾਂ ਨੂੰ ਵਾਹੁੰਦੇ ਹਾਂ, ਬੀਜਦੇ ਹਾਂ, ਸਿੰਜਦੇ ਹਾਂ, ਮਿਹਨਤ ਨਾਲ ਫਸਲਾਂ ਤਿਆਰ ਕਰਦੇ ਹਾਂ, ਪਰ ਜਦੋਂ ਪੱਕਦੀਆਂ ਨੇ ਕੌਣ ਲੈ ਜਾਂਦੇ ਨੇ? ਜਗੀਰਦਾਰ ਹੂੰਝ ਕੇ। ਆਵੇ ਤੇ ਸਭ ਹੂੰਝ ਲਿਜਾਵੇ, ਮੁੱਢ ਤੋਂ ਇਹੋ ਝਗੜਾ ਵੇਹੋ। ਸ਼ੁਰੂ ਤੋਂ ਹੀ ਝਗੜਾ ਚੱਲਦਾ ਰਿਹਾ, ਅਸੀਂ ਮਿਹਨਤ ਕਰਦੇ ਮਰ ਜਾਂਦੇ, ਜਦੋਂ ਫਸਲ ਆਉਂਦੀ ਹੈ ਤੂੰ ਲੈ ਜਾਂਦਾ ਸਾਰੀ ਦੀ ਸਾਰੀ। ਦਿਲ ਸਾਡਾ ਹੁਣ ਭਰਦਾ ਸ਼ਾਦੀ, ਸ਼ਾਦੀ ਕੀ ਹੁੰਦਾ ਹੈ? ਵੀ ਗਵਾਹੀ ਭਰਦਾ ਏ, ਮੁੱਕਣ ਵਾਲਾ ਇਹ ਝਗੜਾ ਵੇਹੋ, ਪਰ ਵੀ ਹੁਣੇ ਮੁੱਕ ਜਾਣਾ ਏ। ਤਗੜਿਆਂ ਹੋਣਾ ਖਵਾਰ ਤੇ ਖੱਜਲ, ਮਾੜਿਆਂ ਹੋਣਾ ਤਗੜਾ ਵੇਹੋ, ਵੀ ਜਿਹੜੇ ਤਕੜੇ ਨੇ ਵੀ ਮਤਲਬ ਇਸ ਤਰ੍ਹਾਂ ਬੇਹੱਕੀ ਕਮਾਈ ਖਾਂਦੇ ਨੇ, ਉਹਨਾਂ ਨੇ ਖੱਜਲ ਖਵਾਰ ਹੋਣਾ, ਵੀ ਮਾੜੇ ਹੁਣ ਤਕੜੇ ਹੋ ਜਾਣਗੇ, ਵੀ ਜੋ ਮਿਹਨਤ ਕਰਦੇ ਨੇ ਉਹਨਾਂ ਨੂੰ ਉਹੀ ਮੁੱਲ ਮਿਲਣਾ ਚਾਹੀਦਾ ਹੈ। ਪਾਟੀ ਕਿਰਤ ਨੇ ਇੱਕ ਮੁੱਠ ਹੋਣਾ, ਬਣ ਜਾਣਾ ਇੱਕ ਝੱਖੜਾ ਵੇਹੋ, ਵੀ ਜਿਹੜੀ ਸਾਡੀ ਛੋਟੀ ਛੋਟੀ ਕਿਰਤ ਆ ਉਹ ਲੋਕਾਂ ਨੇ ਕਿਰਤੀਆਂ ਨੇ ਇਕੱਠੇ ਹੋ ਜਾਣਾ, ਵੀ ਝੱਖੜ ਬਣ ਜਾਣਾ, ਜਿਹੜਾ ਝੱਖੜ ਤੈਨੂੰ ਖਤਮ ਕਰ ਦੇਗਾ। ਘੋੜੀ ਤੇਰੀ ਦੇ ਉੱਡਣੇ ਘੁੰਗਰੂ, ਗੋਰੀ ਦਾ ਚੂੜਾ ਰਤੜਾ ਵੇਹੋ, ਵੀ ਤੇਰੀ ਘੋੜੀ ਤੇ ਗੋਰੀ ਦਾ ਜੋ ਸਾਜੋ ਸਮਾਨ ਆ ਉਹ ਸਾਰਾ ਉੱਡ ਪੁੱਡ ਜਾਣਾ। ਤੀਲੀਆਂ ਰਲ ਕੇ ਬੌਕਰ ਬਣਨਾ, ਹੂੰਝ ਦੇਣਾ ਕੱਖ ਕੰਡੜਾ ਵੇਹੋ। ਠੀਕ ਹੈ ਨਾ। ਵੀ ਜਿੰਨੇ ਕੱਖ ਕੰਡੇ ਨੇ ਅਸੀਂ ਕਿਰਤੀ ਮਿਲ ਕੇ ਇੱਕ ਝਾੜੂ ਬਣ ਜਾਵਾਂਗੇ, ਸਾਰਾ ਹੋਣ ਦੇਵਾਂਗੇ। ਖਵਾਰ ਹੋਏ ਸਭ ਮਿਲਣਗੇ ਆਖਰ, ਆਖੀਆਂ ਨੂੰ ਕਰ ਤਕੜਾ ਵੇਹੋ, ਵੀ ਜੋ ਵੀ ਹੈ ਅਸੀਂ ਸਾਰਿਆਂ ਨੇ ਆਪਸ ਦੇ ਵਿੱਚ ਇੰਨਾ ਮਿਲ ਜਾਣਾ। ਠੀਕ ਹੈ। ਅੰਤ ਨੂੰ ਇਹ ਮੁੱਢ ਤੋਂ ਖੱਜਲ ਖੁਆਰ ਹੋਏ ਕਾਮੇ ਨੇ ਜਿਹੜੇ ਇਕੱਠੇ ਹੋ ਜਾਣਗੇ, ਤੇਰੇ ਵਿਰੁੱਧ ਸ਼ਕਤੀਆਂ ਦੇ ਨਾਲ, ਜਿਹੜੀਆਂ ਤੇਰੀਆਂ ਸ਼ਕਤੀਆਂ ਨੇ ਮਾੜੀਆਂ, ਉਹਨਾਂ ਦਾ ਖਾਤਮਾ ਕਰ ਦੇਣਗੇ। ਇਸ ਪ੍ਰਕਾਰ ਸ਼ੋਸ਼ਿਤ ਵਰਗ ਨੂੰ ਆਪਣੇ ਹੱਕਾਂ ਖਾਤਰ ਜੂਝਣ ਲਈ ਤਿਆਰ ਕਰਦਾ ਹੋਇਆ ਕਵੀ ਇਹ ਕਹਿੰਦਾ ਹੈ ਵੀ ਅਸੀਂ ਅੱਗੇ ਵਧਣਾ ਹੈ। ਠੀਕ ਹੈ ਬੱਚੋ। ਜਿਵੇਂ ਮਾਰਕਸ ਹੋ ਗਿਆ ਜਾਂ ਕਮਿਊਨਿਸਟ ਜਿਹੜੇ ਲੋਕ ਨੇ ਉਹ ਇਹੀ ਕਹਿੰਦੇ ਨੇ ਵੀ ਜਿਹੜੇ ਜਿਨ੍ਹਾਂ ਦਾ ਹੱਕ ਹੈ ਉਹਨਾਂ ਨੂੰ ਮਿਲਣਾ ਚਾਹੀਦਾ। ਬੱਚੋ ਕੋਈ ਦੌਰ ਇਹੋ ਜਿਹਾ ਸੀ ਵੀ ਜਿਹੜੇ
ਜਗੀਰਦਾਰ ਸੀ, ਵੱਡੇ ਵੱਡੇ ਸਰਮਾਏਦਾਰ ਸੀ, ਵੱਡੇ ਵੱਡੇ ਅਮੀਰ ਸੀ, ਉਹ ਬੈਠੇ ਬਿਠਾਏ ਜਦੋਂ ਫਸਲਾਂ ਆਉਂਦੀਆਂ ਸੀ ਜਾਂ ਜਿਹੜਾ ਮਤਲਬ ਉਹਨਾਂ ਦੀ ਮਿਹਨਤ ਦੀ ਕਮਾਈ ਆਉਂਦੀ ਸੀ ਉਂਝ ਹੀ ਲੈ ਜਾਂਦੇ ਸੀ ਬੱਚੋ। ਜ਼ਮੀਨਾਂ ਧੱਕੇ ਨਾਲ ਖੋਹ ਲੈਂਦੇ ਸੀ, ਹੈ ਨਾ। ਹੁਣ ਤਾਂ ਚਲੋ ਸ਼ਾਂਤੀ ਹੈ ਚਾਰੇ ਪਾਸੇ, ਅਤੇ ਇਸ ਕਰਕੇ ਉਦੋਂ ਦੀ ਲੋਕ ਇਹ ਜਿਹੇ ਡਰਦੇ ਨਹੀਂ ਸੀ ਉਹ ਉਸ ਸਮੇਂ 'ਤੇ। ਇਹੋ ਜਿਹੇ ਕਵੀ ਉੱਠੇ ਸਨ, ਲੋਕ ਉੱਠੇ ਸਨ, ਸ਼ਰੇਆਮ ਵੰਗਾਰਦੇ ਸੀ, ਕਿਰਤੀਆਂ ਲਈ ਬੋਲਦੇ ਸੀ, ਚਾਹੇ ਇਸ ਲਈ ਉਹਨਾਂ ਨੂੰ ਬਹੁਤ ਦੁੱਖ ਝੱਲਣੇ ਪੈਂਦੇ ਸਨ। ਠੀਕ ਹੈ ਬੱਚੋ। ਅਤੇ ਹੁਣ ਆਪਾਂ ਕੇਂਦਰੀ ਭਾਵ ਕਰਦੇ ਹਾਂ ਕਿ ਸਦੀਆਂ ਤੋਂ ਪੁਰਾਣੀਆਂ ਰੀਤਾਂ ਜੋ ਚੱਲਦੀਆਂ ਆ ਰਹੀਆਂ ਹਨ, ਜਿਨ੍ਹਾਂ ਵਿੱਚ ਮੁਜ਼ਾਹਰਿਆਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਜਗੀਰਦਾਰ ਮਤਲਬ ਕਿਰਤੀਆਂ ਨੂੰ ਲੁੱਟ ਦਾ ਸ਼ਿਕਾਰ ਬਣਾਉਂਦੇ ਨੇ ਵੱਡੇ ਵੱਡੇ ਜਗੀਰਦਾਰ, ਅਤੇ ਉਸ ਦੇ ਪਰਿਵਾਰ ਦਾ ਜੀਵਨ ਬਹੁਤ ਐਸ਼ਾਂ ਭਰਿਆ ਹੁੰਦਾ ਹੈ। ਉਹਨਾਂ ਦੀ ਜੋ ਘਰ ਵਾਲੀ ਹੈ ਉਹ ਵੀ ਸੁੰਦਰ ਸ਼ਿੰਗਾਰ ਲਾ ਕੇ ਬਹਿੰਦੀ ਹੈ, ਪਰ ਜਿਹੜੀਆਂ ਜੱਟੀਆਂ ਮਿਹਨਤ ਕਰਦੀਆਂ ਨੇ ਉਹ ਰੁਲਦੀਆਂ ਰਹਿੰਦੀਆਂ ਨੇ। ਝਾਂਜਰਾਂ ਦੀ ਥਾਂ ਭੱਖੜੇ ਨੇ, ਬੱਚੇ ਉਹਨਾਂ ਦੇ ਮਤਲਬ ਐਸ਼ੋ ਆਰਾਮ 'ਚ ਪਲਦੇ ਨੇ, ਪਰ ਜਿਹੜੇ ਗਰੀਬਾਂ ਦੇ ਬੱਚੇ ਨੇ ਉਹ ਰੋਈਆਂ ਦੇ ਵਿੱਚ ਪਲਦੇ ਨੇ। ਠੀਕ ਆ, ਪੀਂਘਾਂ ਝੂਟਦੀਆਂ ਨੇ ਉਹਨਾਂ ਦੇ ਘਰ ਵਾਲੀਆਂ ਰੇਸ਼ਮ ਦੀਆਂ, ਪਰ ਇਹ ਵਿਚਾਰੀਆਂ ਧੁੱਪੇ ਸੜਦੀਆਂ ਨੇ ਸਾਰਾ ਦਿਨ। ਠੀਕ ਹੈ ਨਾ, ਪਰ ਇਹ ਨਹੀਂ ਚੱਲਣਾ, ਇੱਕ ਦਿਨ ਸਾਰਿਆਂ ਨੇ ਕਿਰਤੀਆਂ ਨੇ ਇੱਕ ਮੁੱਠ ਹੋ ਕੇ ਵੀ ਵੱਡੇ ਵੱਡੇ ਸਰਮਾਏਦਾਰਾਂ ਨੂੰ ਖ਼ਤਮ ਕਰ ਦੇਣਾ, ਇੱਕ ਝਾੜੂ ਬਣ ਕੇ। ਠੀਕ ਹੈ ਨਾ, ਵੀ ਮਤਲਬ ਕਿਉਂਕਿ ਮਿਹਨਤ ਕਰਦੇ ਨੇ, ਜੋ ਵੀ ਇਹਨਾਂ ਦੇ ਆਉਂਦਾ ਏ ਫਸਲਾਂ ਦੇ ਰੂਪ ਦੇ ਵਿੱਚ ਉਹ ਸਾਰਾ ਇਹ ਲੈ ਜਾਂਦੇ ਨੇ। ਠੀਕ ਹੈ ਬੱਚੋ। ਅਤੇ ਪ੍ਰਸ਼ਨ ਉੱਤਰ ਕਰਦੇ ਹਾਂ। ਚਲੋ ਆਪਾਂ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਲਿਖੀ ਹੋਈ ਇੱਕ ਕਵਿਤਾ ਦਾ ਨਾਮ ਦੱਸੋ। ਜੱਟੀਆਂ ਦੇ ਗੀਤ। ਇਹ ਕਿਹੋ ਜਿਹੀ ਹੈ? ਪ੍ਰਗਤੀਵਾਦੀ, ਮਤਲਬ ਅੱਗੇ ਵਧਣ ਵਾਲੀ। ਅਤੇ ਜੱਟੀਆਂ ਦਾ ਗੀਤ ਕਵਿਤਾ ਕਿਸ ਨੂੰ ਸੰਬੋਧਿਤ ਹੈ? ਜਗੀਰਦਾਰਾਂ ਨੂੰ। ਕਿਹਨੂੰ ਕਿਹਾ ਗਿਆ? ਸਾਰਾ ਜਗੀਰਦਾਰ ਨੂੰ ਕਿਹਾ ਗਿਆ। ਜਗੀਰਦਾਰ ਦੀ ਘੋੜੀ ਦੇ ਗਲ ਵਿੱਚ ਕੀ ਹੈ? ਚਾਂਦੀ ਦੇ ਘੁੰਗਰੂ। ਜਗੀਰਦਾਰ ਦੀ ਪਤਨੀ ਕਿਹੜੀਆਂ ਰੱਸੀਆਂ ਦੀ ਪੀਂਘ ਝੂਟਦੀ ਹੈ? ਰੇਸ਼ਮੀ। ਜਗੀਰਦਾਰ ਦੀ ਪਤਨੀ ਕਿੱਥੇ ਬੈਠੀ ਉਸ ਦਾ ਰਾਹ ਦੇਖ ਰਹੀ ਹੈ? ਮਹਿਲ ਦੀ ਬਾਰੀ ਵਿੱਚ। ਮੁਜ਼ਾਹਰਾ ਇਸਤਰੀ ਦਾ ਕੋਠਾ ਕਿਹੋ ਜਿਹਾ ਹੈ? ਕੱਚਾ ਤੇ ਢੱਠਾ। ਜਗੀਰਦਾਰ ਦਾ ਬੱਚਾ ਕਾਹਦੇ ਵਿੱਚ ਪਲਦਾ ਹੈ? ਚੰਦਨ ਦੇ ਝੁੱਲੇ ਵਿੱਚ। ਚੰਦਨ ਮਤਲਬ ਮਹਿੰਗੀ ਲੱਕੜੀ ਆ ਬਹੁਤ। ਕੌਣ ਜੱਟੀਆਂ ਅਰਥਾਤ ਕਿਸਾਨਾਂ ਦੀ ਮਿਹਨਤ ਹੂੰਝ ਕੇ ਲੈ ਜਾਂਦਾ ਹੈ? ਜਗੀਰਦਾਰ। ਸਦੀਆਂ ਤੋਂ ਕਿਸ ਦਾ ਸ਼ੋਸ਼ਣ ਹੁੰਦਾ ਆ ਰਿਹਾ ਹੈ? ਕਿਰਤੀਆਂ ਦਾ। ਜਗੀਰਦਾਰਾਂ ਦੀ ਲੁੱਟ ਨੂੰ ਕਿਸ ਚੀਜ਼ ਨੇ ਖ਼ਤਮ ਕਰ ਦੇਣਾ ਹੈ? ਕਿਸਾਨਾਂ ਦੀ ਇਕਮੁੱਠਤਾ ਨੇ। ਇਸ ਕਵਿਤਾ ਵਿੱਚ ਕਿਸ ਵਰਗ ਦਾ ਹੱਕਾਂ ਖਾਤਰ ਜੂਝਣਾ ਬਿਆਨ ਕੀਤਾ ਗਿਆ ਹੈ? ਕਿਰਤੀ ਵਰਗ ਦਾ। ਠੀਕ ਹੈ ਬੱਚੋ। ਅਤੇ ਇਸ ਕਰਕੇ ਹੱਕ ਦੀ ਕਮਾਈ ਹਮੇਸ਼ਾ ਖਾਣੀ ਚਾਹੀਦੀ ਆਪਾਂ ਨੂੰ। ਅਤੇ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚੋ।